Hi guys, my name is Parminder Goyal and you are watching English with Parminder. 10 सीरीज़ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਕਰਾਂਗੇ ਪਾਸਟ ਟੈਂਸ। ਹੁਣ ਤੋਂ ਪਹਿਲਾਂ 10 ਸੀਰੀਜ਼ ਦੇ ਵਿੱਚ ਪ੍ਰੈਜ਼ੈਂਟ ਟੈਂਸ ਦੀਆਂ ਚਾਰੋਂ ਟਾਈਪਸ ਪ੍ਰੈਜ਼ੈਂਟ ਇੰਡੈਫੀਨਿਟ, ਪ੍ਰੈਜ਼ੈਂਟ ਕੰਟੀਨਿਊਸ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਆਪਾਂ ਕਰ ਚੁੱਕੇ ਹਾਂ। ਆਓ ਸ਼ੁਰੂ ਕਰਦੇ ਹਾਂ ਪਾਸਟ ਇੰਡੈਫੀਨਿਟ ਟੈਂਸ। ਪਾਸਟ ਇੰਡੈਫੀਨਿਟ ਟੈਂਸ ਦੇ ਅੰਡਰ ਉਹ ਵਾਕ ਆਉਂਦੇ ਹਨ ਜੋ ਸਾਨੂੰ ਇਹ ਦੱਸਦੇ ਹਨ ਕਿ ਕੋਈ ਵੀ ਕੰਮ ਪਿਛਲੇ ਕਿਸੇ ਖਾਸ ਸਮੇਂ ਵਿੱਚ ਸ਼ੁਰੂ ਹੋ ਕੇ ਪਿਛਲੇ ਸਮੇਂ ਵਿੱਚ ਹੀ ਪੂਰਾ ਹੋ ਚੁੱਕਾ ਹੈ, ਉਸ ਦਾ ਹੁਣ ਕਰੰਟ ਸਮੇਂ ਨਾਲ ਕੋਈ ਰਿਲੇਸ਼ਨ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਪਾਸਟ ਇੰਡੈਫੀਨਿਟ ਟੈਂਸ ਦੇ ਅੰਡਰ ਆ ਰਹੇ ਵਾਕਾਂ ਦੀ ਪਹਿਚਾਣ ਕੀ ਹੁੰਦੀ ਹੈ। ਇਹਨਾਂ ਵਾਕਾਂ ਦੇ ਅੰਤ ਵਿੱਚ ਆ, ਈ, ਏ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ। ਇਹ ਜ਼ਰੂਰੀ ਨਹੀਂ ਕਿ ਸੇਮ ਟੂ ਸੇਮ ਆ, ਈ, ਏ ਇਸ ਤਰ੍ਹਾਂ ਹੀ ਲਿਖਿਆ ਹੋਵੇ, ਪਰੰਤੂ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ। ਜਿਸ ਤਰ੍ਹਾਂ ਕਿ ਉਹ ਖੇਡਿਆ, ਇਸ ਦੇ ਅੰਤ ਵਿੱਚ ਆ ਦੀ ਆਵਾਜ਼ ਆਉਂਦੀ ਹੈ। ਜਾਂ ਫਿਰ ਪਿਛਲੇ ਸਮੇਂ ਵਿੱਚ ਮੰਨ ਲਓ ਕਿ ਆਪਾਂ ਕਿਸੇ ਕੰਮ ਕਰਨ ਦੇ ਆਦੀ ਸੀ, ਆਪਣੀ ਆਦਤ ਸੀ ਉਹ ਕੰਮ ਕਰਨ ਦੀ, ਉਹਨਾਂ ਵਾਕਾਂ ਨੂੰ ਦਰਸਾਉਣ ਲਈ ਕੀ ਆਉਂਦਾ ਹੈ। ਉਹ ਰੋਜ਼ਾਨਾ ਖੇਡਦਾ ਸੀ, ਉਹ ਰੋਜ਼ਾਨਾ 1 ਘੰਟਾ ਪੜ੍ਹਦਾ ਸੀ। ਅਰਥਾਤ ਜੋ ਕੰਮ ਆਪਾਂ ਪਿਛਲੇ ਸਮੇਂ ਵਿੱਚ ਆਪਣੀ ਆਦਤ ਸੀ ਕਰਦੇ ਰਹੇ ਹਾਂ, ਉਹਨਾਂ ਵਾਕਾਂ ਨੂੰ ਦਰਸਾਉਣ ਲਈ ਦਾ ਸੀ, ਦੇ ਸਨ, ਇਸ ਤਰ੍ਹਾਂ ਦੇ ਸ਼ਬਦ ਇਹਨਾਂ ਵਾਕਾਂ ਦੇ ਅੰਤ ਵਿੱਚ ਆਉਂਦੇ ਹਨ। ਪਾਸਟ ਇੰਡੈਫੀਨਿਟ ਟੈਂਸ ਦੇ ਰੂਲ ਸਮਝਣ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਇਹ ਟੈਂਸ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ। To express a past event or action, the action is completely unrelated to the present time। ਜਿਸ ਤਰ੍ਹਾਂ ਕਿ ਆਪਾਂ ਸ਼ੁਰੂ ਵਿੱਚ ਵੀ ਸਮਝਿਆ ਹੈ ਕਿ ਕੋਈ ਵੀ ਉਹ ਵਾਕ ਜਿਸ ਵਿੱਚ ਇਹ ਦੱਸਿਆ ਗਿਆ ਹੋਵੇ ਕਿ ਕੋਈ ਵੀ ਕੰਮ ਜੋ ਪਿਛਲੇ ਸਮੇਂ ਵਿੱਚ ਹੀ ਸ਼ੁਰੂ ਹੋਇਆ ਅਤੇ ਪਿਛਲੇ ਸਮੇਂ ਵਿੱਚ ਹੀ ਖਤਮ ਹੋ ਚੁੱਕਾ ਹੈ, ਉਸ ਦਾ ਕਰੰਟ ਸਮੇਂ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈ। ਜਿਸ ਤਰ੍ਹਾਂ ਕਿ he went Delhi yesterday, ਉਹ ਕੱਲ੍ਹ ਦਿੱਲੀ ਗਿਆ। ਅਰਥਾਤ ਦਿੱਲੀ ਜਾਣ ਦਾ ਜੋ ਕੰਮ ਸੀ ਕੱਲ੍ਹ ਹੀ ਸ਼ੁਰੂ ਹੋਇਆ ਅਤੇ ਕੱਲ੍ਹ ਹੀ ਉਸ ਦੁਆਰਾ ਉਸ ਕੰਮ ਨੂੰ ਕਰ ਲਿੱਤਾ ਗਿਆ। ਅਰਥਾਤ ਕੱਲ੍ਹ ਹੀ ਉਹ ਕੰਮ ਖਤਮ ਹੋ ਚੁੱਕਾ ਹੈ। ਸੁਰਭੀ ਬੌਟ ਦਿਸ ਡਰੈਸ ਇਨ ਚੰਡੀਗੜ੍ਹ, ਇਸ ਵਿੱਚ ਖਾਸ ਸਮਾਂ ਤਾਂ ਨਹੀਂ ਦਰਸਾਇਆ, ਪਰੰਤੂ ਇਹ ਦੱਸਿਆ ਗਿਆ ਹੈ ਕਿ ਕਿਸੇ ਪਿਛਲੇ ਸਮੇਂ ਵਿੱਚ ਸੁਰਭੀ ਚੰਡੀਗੜ੍ਹ ਸੀ, ਉਸ ਸਮੇਂ ਦੌਰਾਨ ਉਸ ਦੁਆਰਾ ਇਹ ਡਰੈਸ ਚੰਡੀਗੜ੍ਹ ਵਿੱਚ ਖਰੀਦੀ ਗਈ। ਥਰਡ ਐਗਜ਼ਾਮਪਲ, ਵੈਨ ਡਿਡ ਦੇ ਵੈਂਟ ਬੈਕ, ਉਹ ਕਦੋਂ ਵਾਪਸ ਚਲੇ ਗਏ। ਅਰਥਾਤ ਉਹਨਾਂ ਦੁਆਰਾ ਜੋ ਜਾਣ ਦੀ ਕਿਰਿਆ ਸੀ ਉਹ ਕਿਸੇ ਪਿਛਲੇ ਸਮੇਂ ਵਿੱਚ ਹੀ ਸ਼ੁਰੂ ਹੋਈ ਅਤੇ ਪਿਛਲੇ ਸਮੇਂ ਵਿੱਚ ਹੀ ਪੂਰੀ ਹੋ ਚੁੱਕੀ ਹੈ। ਦੂਸਰਾ ਆਪਾਂ ਇਹਨਾਂ ਨੂੰ ਕਿੱਥੇ ਵਰਤਦੇ ਹਾਂ, ਟੂ ਐਕਸਪ੍ਰੈਸ ਅ ਪਾਸਟ ਹੈਬਿਟ ਔਰ ਰੈਗੂਲਰ ਐਕਸ਼ਨ ਇਨ ਦਾ ਪਾਸਟ। ਕੋਈ ਵੀ ਉਹ ਆਦਤ ਜੋ ਆਪਾਂ ਨੂੰ ਪਿਛਲੇ ਸਮੇਂ ਵਿੱਚ ਸੀ, ਹੁਣ ਨਹੀਂ ਹੈ, ਪਿਛਲੇ ਸਮੇਂ ਵਿੱਚ ਸੀ, ਜਾਂ ਕੋਈ ਵੀ ਉਹ ਐਕਸ਼ਨ ਰੈਗੂਲਰਲੀ ਆਪਾਂ ਪਿਛਲੇ ਸਮੇਂ ਦੌਰਾਨ ਕਰਦੇ ਰਹੇ ਹਾਂ। ਫॉर एग्जाम्पल, शी एट एन एप्पल एवरी डे फॉर 10 ईयर्स, उसने 10 साल रोजाना एक सेब खाया। अर्थात किसी पिछले समय विच उस द्वारा 10 साल लगातार एक सेब रोजाना खादा गया। वी वॉच्ड मूवी एवरी वीक इन सिनेमा हॉल वैन आई लिव्ड इन पटियाला, जदों मैं पटियाला रहिंदा सी तां मैं हर हफ्ते सिनेमा हॉल च फिल्म देखण जांदा सी। अर्थात यह आदत मेरी उदों सी जदों पटियाला सी, हुण नहीं है। देखते हैं कि इस टेंस ਨੂੰ ਹੋਰ ਕਿੱਥੇ ਵਰਤਿਆ ਜਾਂਦਾ ਹੈ। ਟੂ ਐਕਸਪ੍ਰੈਸ ਐਨ ਐਕਸ਼ਨ ਵਿਚ ਲਾਸਟਡ ਫॉर ਅ ਪੀਰੀਅਡ ਆਫ ਟਾਈਮ ਇਨ ਦ ਪਾਸਟ, ਕੋਈ ਵੀ ਉਹ ਐਕਸ਼ਨਸ ਜੋ ਪਿਛਲੇ ਸਮੇਂ ਵਿੱਚ ਇੱਕ ਡਿਊਰੇਸ਼ਨ ਆਫ ਟਾਈਮ, ਇੱਕ ਪੀਰੀਅਡ ਆਫ ਟਾਈਮ ਦੇ ਲਈ ਲਗਾਤਾਰ ਚੱਲਦਾ ਰਿਹਾ ਹੋਵੇ। ਫॉर एग्जाम्पल, ਹੀ ਪਲੇਡ ਵਿਦ ਮੀ ਫॉर 2 ਈਅਰਸ, ਉਹ ਮੇਰੇ ਨਾਲ 2 ਸਾਲ ਖੇਡਿਆ। ਅਰਥਾਤ ਕਿਸੇ ਪਿਛਲੇ ਸਮੇਂ ਵਿੱਚ ਉਹ ਮੇਰੇ ਨਾਲ ਖੇਡਦਾ ਰਿਹਾ ਹੈ 2 ਸਾਲ। I taught English in this school for many years, ਭਾਵ ਕਿਸੇ ਪਿਛਲੇ ਸਮੇਂ ਵਿੱਚ ਕਈ ਸਾਲ ਮੈਨੇ ਇਸ ਸਕੂਲ ਵਿੱਚ ਇੰਗਲਿਸ਼ ਪੜ੍ਹਾਈ। ਆਓ ਦੇਖਦੇ ਹਾਂ ਕਿ ਇਹਨਾਂ ਵਾਕਾਂ ਦਾ ਸਟਰਕਚਰ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਅਫਰਮੇਟਿਵ ਸੈਂਟੈਂਸਿਸ ਦੇ ਨਾਲ। ਸਕਾਰਾਤਮਕ ਵਾਕ, ਇਹ ਉਹ ਵਾਕ ਹੁੰਦੇ ਹਨ ਜਿਨ੍ਹਾਂ ਵਿੱਚ ਨਾ ਹੀ ਨਹੀਂ ਅਤੇ ਨਾ ਹੀ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ। ਆਓ ਇਸ ਦਾ ਰੂਲ ਵੇਖਦੇ ਹਾਂ। ਸਭ ਤੋਂ ਪਹਿਲਾਂ ਸਬਜੈਕਟ, then second form of verb। ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਕੀ ਰੂਲ ਸੀ, ਸਬਜੈਕਟ ਫਸਟ ਫਾਰਮ ਆਫ ਵਰਬ ਦੈਨ ਆਬਜੈਕਟ। ਉੱਥੇ ਵੀ ਅਫਰਮੇਟਿਵ ਸੈਂਟੈਂਸਿਸ ਦੇ ਵਿੱਚ ਕੋਈ ਹੈਲਪਿੰਗ ਵਰਬ ਨਹੀਂ ਸੀ, ਇੱਥੇ ਵੀ ਨਹੀਂ ਹੈ, ਪਰੰਤੂ ਇੱਥੇ ਕੀ ਫਰਕ ਪੈ ਗਿਆ, ਫਸਟ ਫਾਰਮ ਆਫ ਵਰਬ ਦੀ ਜਗ੍ਹਾ ਤੇ ਸੈਕਿੰਡ ਫਾਰਮ ਆਫ ਵਰਬ ਆ ਗਈ ਹੈ। ਪਾਸਟ ਨੂੰ ਡਿਫਾਈਨ ਕਰਨ ਦੇ ਲਈ ਸਬਜੈਕਟ ਦੈਨ ਸੈਕਿੰਡ ਫਾਰਮ ਆਫ ਵਰਬ ਦੈਨ ਆਬਜੈਕਟ। ਬਹੁਤ ਹੀ ਸਿੰਪਲ ਸੈਂਟੈਂਸ ਹੈ, ਇਸ ਵਿੱਚ ਕੇਵਲ ਵਰਬ ਦੀ ਸੈਕਿੰਡ ਫਾਰਮ ਨੂੰ ਧਿਆਨ ਵਿੱਚ ਰੱਖੋ ਅਤੇ ਇਹ ਵਾਕ ਬਣਾ ਦੇਵੋ। आओ हुण इसनूं कुछ एग्जाम्पल्स दे नाल समझते हाँ।
फर्स्ट एग्जाम्पल, उसने कल एक पत्र लिखिया। उस द्वारा पत्र लिखण ਦੀ जो ਕਿਰਿਆ ਸੀ ਉਹ ਪਿਛਲੇ ਸਮੇਂ ਵਿੱਚ ਹੀ ਸ਼ੁਰੂ ਹੋਈ ਅਤੇ ਪਿਛਲੇ ਸਮੇਂ ਵਿੱਚ ਹੀ ਪੂਰੀ ਹੋ ਚੁੱਕੀ ਹੈ। he wrote a letter yesterday, ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਇਸ ਦਾ ਸਟਰਕਚਰ ਕੀ ਹੁੰਦਾ ਹੈ, ਸਬਜੈਕਟ ਦੈਨ ਵਰਬ ਦੀ ਸੈਕੰਡ ਫਾਰਮ ਦੈਨ ਆਬਜੈਕਟ। ਇਸ ਵਿੱਚ ਸਬਜੈਕਟ ਹੈ he ਅਤੇ ਲਿਖਣ ਨੂੰ ਇੰਗਲਿਸ਼ ਵਿੱਚ ਰਾਈਟ ਕਿਹਾ ਜਾਂਦਾ ਹੈ, ਉਸ ਦੀ ਸੈਕੰਡ ਫਾਰਮ ਹੁੰਦੀ ਹੈ wrote, ਰਾਈਟ, wrote, written। ਦੈਨ ਆਬਜੈਕਟ ਆ ਗਿਆ a letter yesterday ਅਤੇ ਪਿਛਲੇ ਬੀਤ ਚੁੱਕੇ ਕੱਲ ਨੂੰ ਆਪਾਂ yesterday ਕਹਿੰਦੇ ਹਾਂ। he wrote a letter yesterday। ਹਵਾਈ ਜਹਾਜ਼ 1 ਘੰਟਾ ਦੇਰੀ ਨਾਲ ਉੱਡਿਆ। the plane flew an hour late। ਉੱਡਣ ਨੂੰ ਇੰਗਲਿਸ਼ ਵਿੱਚ fly ਕਿਹਾ ਜਾਂਦਾ ਹੈ ਅਤੇ ਉਸ ਦੀ ਸੈਕੰਡ ਫਾਰਮ flew ਦੀ ਇੱਥੇ ਵਰਤੋਂ ਹੋਈ ਹੈ। the plane flew an hour late। ਕੱਲ ਅਸੀਂ ਫਿਲਮ ਦੇਖਣ ਗਏ। we went to watch movie yesterday। ਫਿਰ ਤੋਂ ਆਪਾਂ ਦੇਖੀਏ ਕਿ ਗੋ ਦੀ ਸੈਕੰਡ ਫਾਰਮ ਵੈਂਟ। ਜਾਣ ਨੂੰ ਇੰਗਲਿਸ਼ ਵਿੱਚ ਗੋ ਕਿਹਾ ਜਾਂਦਾ ਹੈ ਅਤੇ ਉਸ ਦੀ ਸੈਕੰਡ ਫਾਰਮ ਹੁੰਦੀ ਹੈ ਵੈਂਟ। ਵੀ ਵੈਂਟ ਟੂ ਵਾਚ ਮੂਵੀ ਯੈਸਟਰਡੇ। ਮੈਂ ਅੱਜ ਸਵੇਰੇ ਦੇਰੀ ਨਾਲ ਉੱਠਿਆ। ਇਹ ਸਾਰੇ ਵਾਕਾਂ ਵਿੱਚ ਆਪਾਂ ਦੇਖ ਰਹੇ ਹਾਂ ਕਿ ਕੰਮ ਕਿਸੇ ਪਿਛਲੇ ਸਮੇਂ ਵਿੱਚ ਹੀ ਪੂਰਾ ਹੋ ਚੁੱਕਾ ਹੈ। ਟੁਡੇ ਮਾਰਨਿੰਗ ਆਈ ਵੋਕ ਅਪ ਲੇਟ। ਉੱਠਣ ਨੂੰ ਇੰਗਲਿਸ਼ ਵਿੱਚ ਵੇਕ ਕਿਹਾ ਜਾਂਦਾ ਹੈ ਅਤੇ ਉਸ ਦੀ ਸੈਕੰਡ ਫਾਰਮ ਹੁੰਦੀ ਹੈ ਵੋਕ। ਜਿਸ ਤਰ੍ਹਾਂ ਕਿ ਸਮਾਂ ਨੂੰ ਅੱਜ ਸਵੇਰੇ ਨੂੰ ਆਪਾਂ ਸਟਾਰਟਿੰਗ ਵਿੱਚ ਲਗਾਇਆ ਹੈ, ਇਸ ਨੂੰ ਐਂਡ ਵਿੱਚ ਆਬਜੈਕਟ ਦੇ ਨਾਲ ਵੀ ਲਗਾ ਸਕਦੇ ਹਾਂ। ਆਈ ਵੋਕ ਅਪ ਲੇਟ ਟੁਡੇ ਮਾਰਨਿੰਗ। ਆਓ ਦੇਖਦੇ ਹਾਂ ਕਿ ਨੈਗੇਟਿਵ ਸੈਂਟੈਂਸਿਸ ਨੂੰ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਹੈ, ਉਸ ਦਾ ਕੀ ਰੂਲ ਹੁੰਦਾ ਹੈ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਨੈਗੇਟਿਵ ਸੈਂਟੈਂਸਿਸ ਉਹ ਹੁੰਦੇ ਹਨ ਜਿਸ ਵਿੱਚ ਨਹੀਂ ਦੀ ਵਰਤੋਂ ਕਰੀ ਜਾਂਦੀ ਹੈ। ਇਸ ਦਾ ਰੂਲ ਕੀ ਹੁੰਦਾ ਹੈ, ਸਬਜੈਕਟ then did not then verb ਦੀ ਫਸਟ ਫਾਰਮ then object। ਇਸ ਵਿੱਚ ਧਿਆਨ ਦੇਣ ਵਾਲੀ ਗੱਲ ਕਿਹੜੀ ਹੈ ਕਿ ਜਿਸ ਤਰ੍ਹਾਂ ਅਫਰਮੇਟਿਵ ਵਿੱਚ verb ਦੀ ਸੈਕੰਡ ਫਾਰਮ ਸੀ, ਪਰੰਤੂ ਨੈਗੇਟਿਵ ਸੈਂਟੈਂਸਿਸ ਦੇ ਵਿੱਚ verb ਦੀ ਸੈਕੰਡ ਫਾਰਮ ਨਾ ਯੂਜ਼ ਹੋ ਕੇ verb ਦੀ ਫਸਟ ਫਾਰਮ ਹੀ ਯੂਜ਼ ਹੋਈ ਹੈ। ਪਰੰਤੂ ਇਸ ਨੂੰ ਪਾਸਟ ਵਿੱਚ ਹੈ ਇਹ ਦਰਸਾਉਣ ਦੇ ਲਈ ਡਿਡ ਦੀ ਵਰਤੋਂ ਹੋਈ, ਡੂ ਦੀ ਸੈਕੰਡ ਫਾਰਮ ਡਿਡ ਦੀ ਵਰਤੋਂ ਹੋਈ। ਜਿੱਦਾਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਨੈਗੇਟਿਵ ਸੈਂਟੈਂਸਿਸ ਨੂੰ ਦਰਸਾਉਣ ਦੇ ਲਈ ਆਪਾਂ ਡੂ ਨਾਟ ਜਾਂ ਡਜ਼ ਨਾਟ ਦੀ ਵਰਤੋਂ ਕਰਦੇ ਸੀ, ਇੱਥੇ ਡੂ ਨਾਟ ਦੀ ਸੈਕੰਡ ਫਾਰਮ ਡਿਡ, ਡੂ ਡਿਡ ਡਨ, ਡੂ ਦੀ ਸੈਕੰਡ ਫਾਰਮ ਡਿਡ ਦੀ ਵਰਤੋਂ ਕਰੀ ਗਈ ਹੈ। ਇਸ ਲਈ ਜਦੋਂ ਆਪਾਂ ਨੂੰ ਡਿਡ ਤੋਂ ਪਤਾ ਚੱਲ ਜਾਏਗਾ ਕਿ ਇਹ ਪਾਸਟ ਇੰਡੈਫੀਨਿਟ ਦਾ ਟੈਂਸ ਹੈ, ਇਸ ਲਈ ਇੱਥੇ ਫਿਰ ਦੁਬਾਰਾ ਵਰਬ ਦੀ ਸੈਕੰਡ ਫਾਰਮ ਨੂੰ ਵਰਤਣ ਦੀ ਜ਼ਰੂਰਤ ਨਹੀਂ। ਆਮ ਤੌਰ ਤੇ ਸਟੂਡੈਂਟਸ ਇਹ ਗਲਤੀ ਕਰਦੇ ਹਨ ਕਿ ਡਿਡ ਨਾਲ ਵੀ ਵਰਬ ਦੀ ਸੈਕੰਡ ਫਾਰਮ ਦੀ ਹੀ ਵਰਤੋਂ ਕਰ ਲੈਂਦੇ ਹਨ। ਇਹ ਵਾਕ ਬਣਾਉਂਦੇ ਹੋਏ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਆਓ ਨੈਗੇਟਿਵ ਸੈਂਟੈਂਸਿਸ ਨੂੰ ਐਗਜ਼ਾਮਪਲਸ ਦੇ ਨਾਲ ਹੋਰ ਬਿਹਤਰ ਸਮਝਦੇ ਹਾਂ। ਫਸਟ ਐਗਜ਼ਾਮਪਲ, ਤੂੰ ਕੱਲ ਮੇਰਾ ਕੰਮ ਨਹੀਂ ਕੀਤਾ। ਹੁਣ ਆਪਾਂ ਰੂਲ ਨੂੰ ਦੇਖੀਏ ਤਾਂ ਸਭ ਤੋਂ ਪਹਿਲਾਂ ਆਣਾ ਹੈ ਸਬਜੈਕਟ। ਇੱਥੇ ਸਬਜੈਕਟ ਕੀ ਹੈ, ਤੂੰ ਜਾਂ ਤੁਸੀਂ ਨੂੰ ਇੰਗਲਿਸ਼ ਦੇ ਵਿੱਚ ਯੂ ਕਿਹਾ ਜਾਂਦਾ ਹੈ। ਯੂ ਦੈਨ ਡਿਡ ਨਾਟ। ਜਿਸ ਤਰ੍ਹਾਂ ਕਿ ਪ੍ਰੈਜ਼ੈਂਟ ਦੇ ਵਿੱਚ ਡੂ ਨਾਟ ਜਾਂ ਡਜ਼ ਨਾਟ ਦੋ ਚੋਇਸਿਸ ਸੀਗੀਆਂ, ਇੱਕ ਲੈਣੀ ਸੀ, ਪਰੰਤੂ ਇੱਥੇ ਇੱਕ ਹੀ ਆਪਸ਼ਨ ਹੈ ਡਿਡ ਨਾਟ। ਕੋਈ ਵੀ ਸਬਜੈਕਟ ਹੋਵੇ ਡਿਡ ਨਾਟ ਹੀ ਆਵੇਗਾ। ਸੋ ਯੂ ਡਿਡ ਨਾਟ then verb ਦੀ ਫਸਟ ਫਾਰਮ। ਇੱਥੇ ਕੀ ਕਿਰਿਆ ਹੋ ਰਹੀ ਹੈ, ਕੀਤਾ, ਕੰਮ ਕਰਨ ਦੀ ਕਿਰਿਆ ਹੋਣੀ ਸੀ ਜੋ ਉਸ ਦੁਆਰਾ ਨਹੀਂ ਕੀਤੀ ਗਈ। ਕੀਤਾ ਨੂੰ ਇੰਗਲਿਸ਼ ਵਿੱਚ ਡੂ ਕਿਹਾ ਜਾਂਦਾ ਹੈ ਅਤੇ ਉਸ ਦੀ ਫਸਟ ਫਾਰਮ ਡੂ ਹੀ ਯੂਜ਼ ਹੋਵੇਗੀ। ਯੂ ਡਿਡ ਨਾਟ ਡੂ ਦੈਨ ਆਬਜੈਕਟ। ਇੱਥੇ ਆਬਜੈਕਟ ਕੀ ਰਹਿ ਗਿਆ ਹੈ, ਮੇਰਾ ਕੰਮ। ਯੂ ਡਿਡ ਨਾਟ ਡੂ ਮਾਈ ਵਰਕ ਯੈਸਟਰਡੇ। ਬੀਤ ਚੁੱਕੀ ਕੱਲ ਨੂੰ ਯੈਸਟਰਡੇ ਕਿਹਾ ਜਾਂਦਾ ਹੈ। ਯੂ ਡਿਡ ਨਾਟ ਡੂ ਮਾਈ ਵਰਕ ਯੈਸਟਰਡੇ। ਸੈਕੰਡ ਕੁਐਸਚਨ, ਉਸਨੇ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਇਸ ਦੇ ਵਿੱਚ ਫਿਰ ਤੋਂ ਦੇਖਦੇ ਹਾਂ ਸਬਜੈਕਟ ਉਸਨੇ। ਅਗਰ ਮੇਲ ਹੈ ਤਾਂ ਹੀ ਆਵੇਗਾ, ਫੀਮੇਲ ਹੈ ਤਾਂ ਸ਼ੀ ਆਵੇਗਾ। ਹੀ ਨਕਾਰਾਤਮਕ ਹੈ, ਫਿਰ ਤੋਂ ਡਿਡ ਨਾਟ ਆਇਆ। ਹੀ ਡਿਡ ਨਾਟ ਇੱਥੇ ਕਿਰਿਆ ਹੈ ਦਿੱਤਾ, ਦੇਣ ਦੀ। ਉਸਨੇ ਪ੍ਰਸ਼ਨ ਦਾ ਉੱਤਰ ਦੇਣਾ ਸੀ ਜੋ ਉਸ ਦੁਆਰਾ ਨਹੀਂ ਦਿੱਤਾ ਗਿਆ। ਦੇਣ ਨੂੰ ਇੰਗਲਿਸ਼ ਵਿੱਚ ਗਿਵ ਕਿਹਾ ਜਾਂਦਾ ਹੈ। ਯੂ ਡਿਡ ਨਾਟ ਗਿਵ। ਤੇ ਹੁਣ ਇੱਥੇ ਬਚਦਾ ਹੈ ਆਬਜੈਕਟ, ਤੇ ਇੱਥੇ ਆਬਜੈਕਟ ਹੈ ਮੇਰੇ ਪ੍ਰਸ਼ਨ ਦਾ ਉੱਤਰ, ਆਨਸਰ ਟੂ ਮਾਈ ਕੁਐਸਚਨ। ਯੂ ਡਿਡ ਨਾਟ ਗਿਵ ਆਨਸਰ ਟੂ ਮਾਈ ਕੁਐਸਚਨ। ਧੋਬੀ ਨੇ ਕੱਪੜੇ ਨਹੀਂ ਧੋਏ। ਇਸ ਵਿੱਚ ਸਬਜੈਕਟ ਹੈ ਧੋਬੀ, ਦ ਵਾਸ਼ਰਮੈਨ। ਧੋਬੀ ਨੂੰ ਇੰਗਲਿਸ਼ ਵਿੱਚ ਵਾਸ਼ਰਮੈਨ ਕਿਹਾ ਜਾਂਦਾ ਹੈ।
द ਵਾਸ਼ਰਮੈਨ ਨਹੀਂ ਦੇ ਲਈ ਇੱਥੇ ਫਿਰ ਤੋਂ ਡਿਡ ਨਾਟ ਦੀ ਵਰਤੋਂ ਹੋਣੀ ਹੈ। ਦ ਵਾਸ਼ਰਮੈਨ ਡਿਡ ਨਾਟ, ਇੱਥੇ ਵਰਬ ਕਿਰਿਆ ਕੀ ਹੈ, ਧੋਣ ਦੀ। ਧੋਣ ਨੂੰ ਇੰਗਲਿਸ਼ ਵਿੱਚ ਵਾਸ਼ ਕਿਹਾ ਜਾਂਦਾ ਹੈ। ਦ ਵਾਸ਼ਰਮੈਨ ਡਿਡ ਨਾਟ ਵਾਸ਼ ਕੱਪੜੇ, ਦ ਕਲੋਥਸ। ਦ ਵਾਸ਼ਰਮੈਨ ਡਿਡ ਨਾਟ ਵਾਸ਼ ਦ ਕਲੋਥਸ। ਉਸਨੇ ਸਾਈਕਲ ਨਹੀਂ ਚਲਾਇਆ। ਉਸਨੇ ਲਈ ਫਿਰ ਤੋਂ ਥਰਡ ਪਰਸਨ ਸਿੰਗੂਲਰ ਸਬਜੈਕਟ ਹੈ, ਮੇਲ ਹੈ ਤਾਂ ਹੀ, ਫੀਮੇਲ ਹੈ ਤਾਂ ਸ਼ੀ। ਸ਼ੀ ਨਹੀਂ ਲਈ ਡਿਡ ਨਾਟ, ਸ਼ੀ ਡਿਡ ਨਾਟ। ਕੋਈ ਵੀ ਸਾਈਕਲ ਜਾਂ ਸਕੂਟਰ ਚਲਾਉਣ ਨੂੰ, ਕਾਰ ਚਲਾਉਣ ਨੂੰ ਉਸ ਨੂੰ ਕਿਹਾ ਜਾਂਦਾ ਹੈ ਰਾਈਡ। ਸ਼ੀ ਡਿਡ ਨਾਟ ਰਾਈਡ ਦ ਬਾਈਸਿਕਲ। ਰਵੀ ਨੇ ਮੈਥ ਨਹੀਂ ਪੜ੍ਹਿਆ। ਸਬਜੈਕਟ ਦੈਨ ਡਿਡ ਨਾਟ ਦੈਨ ਵਰਬ ਦੀ ਫਸਟ ਫਾਰਮ ਦੈਨ ऑब्जेक्ट। सब्जेक्ट है इत्थे रवि। रवि डिड नॉट पढ़िया। पढ़े ਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ ਸਟੱਡੀ। ਰਵੀ ਡਿਡ ਨਾਟ ਸਟੱਡੀ ਮੈਥ। ਹੁਣ ਗੱਲ ਕਰਦੇ ਹਾਂ ਇੰਟਰੋਗੇਟਿਵ ਸੈਂਟੈਂਸਿਸ ਬਾਰੇ। ਇਹ ਉਹ ਵਾਕ ਹੁੰਦੇ ਹਨ ਜਿਸ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ। ਆਓ ਇਸ ਦਾ ਰੂਲ ਦੇਖਦੇ ਹਾਂ। ਸਭ ਤੋਂ ਪਹਿਲਾਂ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਆਪਸ਼ਨਲ ਰਹਿੰਦਾ ਹੈ WH ਵਰਡ। ਅਗਰ ਕਿਸੇ ਪ੍ਰਸ਼ਨ ਦਾ ਉੱਤਰ ਆਪਾਂ ਹਾਂ ਜਾਂ ਨਾ 'ਚ ਦੇ ਸਕਦੇ ਹਾਂ ਤਾਂ WH ਵਰਡ ਨਹੀਂ ਆਉਂਦਾ ਹੈ। ਅਗਰ ਉਸ ਦਾ ਉੱਤਰ ਆਪਾਂ ਹਾਂ ਜਾਂ ਨਾ 'ਚ ਨਹੀਂ ਦੇ ਸਕਦੇ ਤਾਂ ਉੱਥੇ ਕੁਝ ਵੀ ਪੁੱਛਿਆ ਗਿਆ ਹੋਵੇਗਾ ਕੀ, ਕਿੱਥੇ, ਕਿਵੇਂ, ਤਾਂ ਉਸ ਦੇ ਅਕੋਰਡਿੰਗ ਹੀ ਕੋਈ ਵੀ WH ਵਰਡ ਉੱਥੇ ਆ ਜਾਵੇਗਾ। ਦੈਨ ਡਿਡ ਜੋ ਹੈਲਪਿੰਗ ਵਰਬ ਇੱਥੇ ਨੈਗੇਟਿਵ ਦੇ ਵਿੱਚ ਸਬਜੈਕਟ ਤੋਂ ਬਾਅਦ ਸੀ, ਉਹ ਹੁਣ ਪਹਿਲਾਂ ਆ ਜਾਵੇਗੀ ਸਬਜੈਕਟ ਤੋਂ। ਡਿਡ ਦੈਨ ਸਬਜੈਕਟ ਦੈਨ ਨਾਟ। ਨਾਟ ਆਪਸ਼ਨਲ ਹੈ। ਅਗਰ ਸੈਂਟੈਂਸ ਨੈਗੇਟਿਵ ਹੈ ਤਾਂ ਆਏਗਾ, ਅਦਰਵਾਈਜ਼ ਨਾਟ नहीं आवेगा। देन वर्ब दी फर्स्ट फॉर्म देन ऑब्जेक्ट देन एट द लास्ट क्वेश्चन मार्क। इत्थे भी ध्यान रखना कि पास्ट इंडेफिनिट सेंटेंस जरूर है परंतु वर्ब दी फर्स्ट फॉर्म ही यूज होगी। वर्ब दी सैकेंड फॉर्म सिर्फ अते सिर्फ अफर्मेटिव सेंटेंसिस पॉजिटिव सेंटेंसिस दे विच यूज होंदी है। नैगेटिव ਜਾਂ इंट्रोगेटिव सेंटेंसिस दे विच वर्ब दी फर्स्ट फॉर्म ही यूज होंदी है क्योंकि इत्थे डू दी जगह ते डिड दी वरतों यानी कि डू दी सैकेंड फॉर्म डिड दी वरतों हो जाती है, इसलिए इत्थे वर्ब फर्स्ट ही रहिंदी है। प्लीज़ इसनूं बहुत गौर नाल ध्यान विच रखा जाए। आम तौर पर स्टूडेंट्स यह ही गलती करते हैं कि डिड भी लगा देंगे ने अते नाल वर्ब दी फॉर्म भी सैकेंड लगा देंगे ने, जो कि जिस दे नाल यह सेंटेंस बिल्कुल ही गलत हो जाता है। आओ इंट्रोगेटिव अते नैगेटिव इंट्रोगेटिव सेंटेंसिस नूं आपां एग्जांपल्स दे नाल समझदे हां। डिड योर फादर ब्रिंग अ गिफ्ट फॉर यू, की तुहाडे पिता तुहाडे लई एक तोहफा लियाए। इस विच इस प्रश्न का उत्तर आपां हाँ या ना दे विच दे सकते हाँ, इसलिए इत्थे WH वर्ड कोई भी नहीं आएगा, डायरैक्टली डिड तो ही यह क्वेश्चन स्टार्ट होगा। दैन सब्जैक्ट योर फादर तुहाडे पिता, दैन इंग्लिश विच कोई भी चीज़ लैके आने नूं ब्रिंग कहा जाता है तो उसकी आपां ने फर्स्ट फॉर्म ही यूज़ करी है ब्रिंग। ब्रिंग ब्रॉट ब्रॉट सैकेंड फॉर्म नहीं यूज़ करी है, फर्स्ट ही यूज़ करी है। दैन ऑब्जेक्ट आ जाता है एंड एट द लास्ट क्वेश्चन मार्क आ जाता है। इसे नूं थोड़ा बदल के देखिए तो तुहाडे पिता तुहाडे लई की तोहफा लियाए। हुण इस विच की हो गया है, यह नहीं पूछा कि तोहफा लियाए ने कि नहीं लियाए ने, इस विच यह पूछा गया है कि किहड़ा तोहफा लैके आए हैं। तो इस प्रश्न का उत्तर आपां हाँ या ना च नहीं दे सकते। आपां नूं पता है की दे लई इंग्लिश विच WH वर्ड वट हुंदा है अते इसका वाक फिर किस तरह बन जाएगा, वट गिफ्ट डिड योर फादर ब्रिंग फॉर यू। इत्थे इकल्ला वट स्टार्टिंग विच नहीं आवेगा, वट दे नाल गिफ्ट भी आवेगा। वट गिफ्ट इत्थे WH वर्ड बन गया है। इस चीज़ नूं डिटेल विच समझण दे लई कि वट दे नाल गिफ्ट स्टार्टिंग विच क्यों आया, आपां एक वखरा लैक्चर WH वर्ड ते करांगे, उस विच इस चीज़ नूं डिटेल विच समझाया जाएगा। सैकेंड ऑप्शन हू डिड दिस मिसचीवियस एक्ट, किसने यह दुष्टतापूर्ण हरकत की। इस प्रश्न का उत्तर आपां हाँ या ना च नहीं दे सकते, इसलिए किसने दे लई WH वर्ड हू आया, दैन डिड दी वरतों हुई, दैन दुष्टतापूर्ण हरकत नूं इंग्लिश दे विच मिसचीवियस एक्ट कहा जाता है। हू डिड दिस मिसचीवियस एक्ट। देखो इस वाक नूं बोलते हुए बोलन वाले दे मन विच थोड़े जे भाव गुस्से वाले होणगे क्योंकि उसने कुछ ऐसा
ਐਕਟ ਦੇਖਿਆ ਹੈ ਜੋ ਕਿ ਸਹੀ ਨਹੀਂ ਹੈ, ਜੋ ਕਿ ਗਲਤ ਹੈ। ਉਸ ਕੰਮ ਨੂੰ ਅਗਰ ਕੋਈ ਕੰਮ ਆਪਾਂ ਨੂੰ ਲੱਗਦਾ ਹੈ ਸਹੀ ਨਹੀਂ ਹੋਇਆ ਤਾਂ ਇਹ ਕੁਦਰਤੀ ਗੱਲ ਹੈ ਕਿ ਬੋਲਣ ਵਾਲੇ ਦੇ ਭਾਵਾਂ ਵਿੱਚ ਇੱਕ ਗੁੱਸਾ ਹੋਵੇਗਾ। ਕਿ ਜਿਸ ਤਰ੍ਹਾਂ ਆਪਾਂ ਪੰਜਾਬੀ ਵਿੱਚ ਵੀ ਕਿਸੇ ਵੀ ਗੱਲ ਨੂੰ ਬੋਲਣ ਵੇਲੇ ਆਪਣੇ ਭਾਵ, ਆਪਣੇ ਐਕਸਪ੍ਰੈਸ਼ਨਸ, ਆਪਣਾ ਗੁੱਸਾ, ਪਿਆਰ ਜੋ ਵੀ ਆਪਣੇ ਅੰਦਰ ਹੈ ਉਹ ਨਾਲ ਲੈ ਕੇ ਆਉਂਦੇ ਹਾਂ। ਇੰਗਲਿਸ਼ ਵਿੱਚ ਵੀ ਐਸੇ ਹੀ ਭਾਵ ਲੈ ਕੇ ਆਓ ਤਾਂ ਜੋ ਤੁਸੀਂ ਇੱਕ ਫਲੂਐਂਟ ਅਤੇ ਅੱਛੇ ਸਪੀਕਰ, ਪ੍ਰਭਾਵਸ਼ਾਲੀ ਸਪੀਕਰ ਬਣ ਸਕੋ। ਹੂ ਡਿਡ ਦਿਸ ਮਿਸਚੀਵੀਅਸ ਐਕਟ? ਕਿਸਨੇ ਇਹ ਦੁਸ਼ਟਤਾਪੂਰਨ ਹਰਕਤ ਕੀਤੀ? ਆਪਾਂ ਇਸ ਵਾਕ ਨੂੰ ਅਗਰ ਆਪਾਂ ਇਸ ਤਰ੍ਹਾਂ ਬੋਲੀਏ, ਹੂ ਡਿਡ ਦਿਸ ਮਿਸਚੀਵੀਅਸ ਐਕਟ, ਕਿੱਦਾਂ ਲੱਗੇਗਾ? ਬਿਲਕੁਲ ਹੀ ਗਲਤ ਹੈ, ਪ੍ਰਭਾਵਸ਼ਾਲੀ ਨਹੀਂ ਹੈ। ਥਰਡ ਐਗਜ਼ਾਮਪਲ, ਤੂੰ ਉਸ ਨੂੰ ਕਿਵੇਂ ਮਿਲਿਆ? ਹਾਊ ਡਿਡ ਯੂ ਮੀਟ ਹਰ? ਇੱਥੇ ਵੀ ਆਪਾਂ ਇਸ ਪ੍ਰਸ਼ਨ ਦਾ ਉੱਤਰ ਹਾਂ ਜਾਂ ਨਾ ਚ ਨਹੀਂ ਦੇ ਸਕਦੇ, ਇਸ ਲਈ ਕਿਵੇਂ ਦੇ ਲਈ WH ਵਰਡ ਹਾਊ ਆਇਆ, ਦੈਨ ਡਿਡ, ਦੈਨ ਮਿਲਣ ਨੂੰ ਇੰਗਲਿਸ਼ ਵਿੱਚ ਮੀਟ ਕਿਹਾ ਜਾਂਦਾ ਹੈ ਅਤੇ ਉਸ ਦੀ ਫਸਟ ਫਾਰਮ ਹੀ ਆਵੇਗੀ, ਆਪਾਂ ਨੂੰ ਪਤਾ ਹੈ। ਹਾਊ ਡਿਡ ਯੂ ਮੀਟ ਹਰ? ਫੋਰਥ ਕੁਐਸਚਨ, ਤੂੰ ਚੋਰ ਨੂੰ ਕਿਉਂ ਨਹੀਂ ਕੁੱਟਿਆ? ਇਹ ਇੱਕ ਪ੍ਰਸ਼ਨ ਥੋੜਾ ਹੈਰਾਨੀ ਭਰਿਆ ਹੈ। ਜਿਸ ਤਰ੍ਹਾਂ ਕਿ ਆਪਾਂ ਪੰਜਾਬੀ ਵਿੱਚ ਹੈਰਾਨੀ ਭਰੇ ਹਾਵ ਭਾਵ ਦੇ ਨਾਲ ਬੋਲਿਆ ਹੈ, ਇਸੇ ਤਰੀਕੇ ਨਾਲ ਆਪਾਂ ਇੰਗਲਿਸ਼ ਵਿੱਚ ਵੀ ਇਸ ਤਰ੍ਹਾਂ ਹੀ ਕੁਝ ਗੱਲ ਕਰਾਂਗੇ। ਵਾਈ ਡਿਡ ਯੂ ਨਾਟ ਬੀਟ ਦ ਥੀਫ? ਕਿਉਂ ਦੇ ਲਈ ਇੰਗਲਿਸ਼ ਦੇ ਵਿੱਚ WH ਵਰਡ ਵਾਈ ਆਉਂਦਾ ਹੈ ਅਤੇ ਡਿਡ ਦੈਨ ਸਬਜੈਕਟ ਆ ਗਿਆ ਯੂ। ਇਹ ਇੱਕ ਨੈਗੇਟਿਵ ਇੰਟਰੋਗੇਟਿਵ ਦੀ ਐਗਜ਼ਾਮਪਲ ਹੈ। ਨਹੀਂ ਆਇਆ ਹੈ ਤਾਂ ਉਸ ਦੇ ਲਈ ਸਬਜੈਕਟ ਤੋਂ ਬਾਅਦ ਨੋਟ ਆ ਗਿਆ ਹੈ। ਕੁੱਟਣ ਦੀ ਇੰਗਲਿਸ਼ ਹੁੰਦੀ ਹੈ ਬੀਟ ਅਤੇ ਉਸ ਦੀ ਫਸਟ ਫਾਰਮ ਹੀ ਆਈ ਬੀਟ ਦ ਥੀਫ। ਵਾਈ ਡਿਡ ਯੂ ਨਾਟ ਬੀਟ ਦ ਥੀਫ? ਫਿਫਥ ਐਗਜ਼ਾਮਪਲ, ਉਹ ਮੀਰਾ ਨੂੰ ਕਿੱਥੇ ਮਿਲਿਆ? ਕਿੱਥੇ ਦੇ ਲਈ WH ਵਰਡ ਵੇਅਰ ਦੀ ਵਰਤੋਂ ਹੁੰਦੀ ਹੈ। ਵੇਅਰ ਡਿਡ ਹੀ ਮਿਲਣ ਨੂੰ ਇੰਗਲਿਸ਼ ਦੇ ਵਿੱਚ ਮੀਟ ਕਿਹਾ ਜਾਂਦਾ ਹੈ ਤਾਂ ਇਹ ਵਾਕ ਬਣ ਜਾਂਦਾ ਹੈ ਵੇਅਰ ਡਿਡ ਹੀ ਮੀਟ ਮੀਰਾ। ਸੋ ਗਾਇਜ਼, ਦਿਸ ਇਜ਼ ਪਾਸਟ ਇੰਡੀਫਿਨਿਟ ਟੈਂਸ। ਮੈਨੂੰ ਉਮੀਦ ਹੈ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਆਇਆ ਹੋਵੇਗਾ। ਇਫ ਯੂ ਹੈਵ ਨਾਟ ਸਬਸਕ੍ਰਾਈਬਡ ਦ ਚੈਨਲ ਯੈਟ, ਪਲੀਜ਼ ਕੰਸੀਡਰ ਸਬਸਕ੍ਰਾਈਬਿੰਗ। ਜਲਦੀ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕਸ ਫॉर ਵਾਚਿੰਗ।